ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਅੱਜ ਦਾ ਪ੍ਰੋਗਰਾਮ ਬਿਹਾਈਂਡ ਦੀ ਹੈਡਲਾਈਨਸ ਲੈ ਕੇ ਮੈਂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਹੋਂਦ ਚਿੱਲੜ, ਜਿਸ ਦੇ ਬਾਰੇ ਦੇ ਵਿੱਚ ਸਿੱਖ ਸੰਗਤਾਂ ਜਾਣਦੀਆਂ ਨੇ। ਉਸੇ ਸਬੰਧ ਦੇ ਵਿੱਚ ਕੱਲ ਇੱਕ ਤਰੀਕ ਹੈ 26 ਸਤੰਬਰ ਨੂੰ, ਜਿਸ ਦੇ ਵਿੱਚ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਸੀਗੇ, ਉਹਨਾਂ ਦੇ ਉੱਤੇ ਅਜੇ ਤੱਕ ਚਾਹੇ ਕਿ ਕੇਸ ਜਿਹੜਾ ਉਹ ਚੱਲ ਰਿਹਾ, ਪਰ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ। ਸੋ ਇਸੇ ਹੀ ਸਬੰਧ ਦੇ ਵਿੱਚ ਜਿਹੜੀ ਆ ਅਸੀਂ ਅੱਜ ਦੀ ਗੱਲਬਾਤ ਕਰਾਂਗੇ। ਤੇ ਹੋਂਦ ਚਿੱਲੜ ਜਿਹੜਾ ਇੱਕ ਅਜਿਹਾ ਵਾਕਿਆ ਸਿੱਖਾਂ ਦੇ ਨਾਲ ਵਾਪਰਿਆ, ਸਟੇਟ ਦੀ ਗੱਲ ਕਰੀਏ ਤਾਂ ਹਰਿਆਣਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਰਿਵਾੜੀ ਦੇ ਵਿੱਚ ਹੋਂਦ ਚਿੱਲੜ ਨਾਮ ਦੀ ਇੱਕ ਜਗ੍ਹਾ ਹੈ, ਜਿੱਥੇ ਕਿ ਇੱਕ ਪਿੰਡ ਕਹਿ ਲਿਆ ਜਾਵੇ ਉਹ ਹੈ, ਜਿੱਥੇ ਕਿ 12 ਤੋਂ 14 ਪਰਿਵਾਰ ਜਿਹੜੇ ਆ ਸਿੱਖਾਂ ਦੇ ਉਹ ਰਹਿੰਦੇ ਸਨ। ਤੇ ਉੱਥੇ ਉਹ ਪਰਿਵਾਰ ਜਦੋਂ ਰਹਿ ਰਹੇ ਸਨ ਤਾਂ ਉਸੇ ਸਮੇਂ ਦੇ ਦੌਰਾਨ 1984 ਦੇ ਵਿੱਚ ਜਦ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਵਾਇਆ, ਤੇ ਉਸ ਤੋਂ ਬਾਅਦ ਦੇ ਵਿੱਚ ਰੋਸ ਦੇ ਵਿੱਚ ਆ ਕੇ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਦੇ ਵੱਲੋਂ ਉਹਨਾਂ ਨੂੰ ਜਿਹੜਾ ਆ ਸੋਧਾ ਲਾਇਆ ਗਿਆ। ਤੇ ਉਸ ਤੋਂ ਬਾਅਦ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਦਿੱਲੀ ਦੇ ਵਿੱਚ ਬਣਿਆ ਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮਾਹੌਲ ਜਿਹੜਾ ਬਣਿਆ, ਉਸੇ ਹੀ ਸਬੰਧ ਦੇ ਵਿੱਚ ਬਹੁਤ ਸਾਰੇ ਸਿੱਖਾਂ ਦਾ ਜਿਹੜਾ ਆ ਕਤਲੇਆਮ ਕਰ ਦਿੱਤਾ ਗਿਆ। ਸ਼ਰੇਆਮ ਇਹ ਕਤਲੇਆਮ ਜਿਹੜਾ ਆ ਕਈ ਦਿਨ ਜਿਹੜਾ ਜਾਰੀ ਰਿਹਾ। ਜਿੱਥੇ ਦਿੱਲੀ ਦੇ ਵਿੱਚ ਵੱਡਾ ਸਿੱਖ ਕਤਲੇਆਮ ਹੋਇਆ, ਉਸ ਦੇ ਨਾਲ ਹੀ ਹਰਿਆਣਾ ਤੇ ਹੋਰ ਕਈ ਇਲਾਕਿਆਂ ਦੇ ਵਿੱਚ, ਜੰਮੂ ਦੇ ਵਿੱਚ ਜਾਂ ਹੋਰ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਇਹ ਕਤਲੇਆਮ ਜਿਹੜਾ ਆ ਉਹ ਚੱਲਦਾ ਰਿਹਾ। ਸੋ ਇਸੇ ਤਰ੍ਹਾਂ ਦੀ ਹੀ ਘਟਨਾ ਜਿਹੜੀ ਆ ਉਹ ਵਾਪਰੀ ਸੀਗੀ 2 ਨਵੰਬਰ 1984 ਨੂੰ ਹੋਂਦ ਚਿੱਲੜ, ਜਿਹੜਾ ਕਿ ਰਿਵਾੜੀ ਜ਼ਿਲ੍ਹੇ ਦੇ ਵਿੱਚ ਆ, ਹਰਿਆਣਾ ਦੇ ਵਿੱਚ ਆ। ਉੱਥੇ ਜਿਹੜੇ ਪਰਿਵਾਰ ਰਹਿੰਦੇ ਸਨ ਉਹ 32 ਪਰਿਵਾਰਕ ਮੈਂਬਰ ਜਿਹੜੇ ਸੀਗੇ, ਜਿਹੜੇ ਵੱਖ-ਵੱਖ ਪਰਿਵਾਰਾਂ ਨਾਲ ਸੰਬੰਧਿਤ ਸੀਗੇ, 12 ਤੋਂ 14 ਪਰਿਵਾਰ ਜਿਹੜੇ ਆ ਉਹ ਰਹਿੰਦੇ ਸੀਗੇ। ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਿੱਥੋਂ ਤੱਕ ਜਿਹੜੀਆਂ ਰਿਪੋਰਟਾਂ ਆਈਆਂ ਉਸ ਤੋਂ ਇਹ ਪਤਾ ਚੱਲਦਾ ਹੈ ਕਿ ਜਿਹੜੇ ਕੁਝ ਲੋਕ ਸੀਗੇ ਉਹ ਦਿਨ ਦੇ ਸਮੇਂ ਆਏ, ਪਹਿਲਾਂ ਉਹਨਾਂ ਨੂੰ ਭੇਜ ਦਿੱਤਾ ਗਿਆ ਪਿੰਡ ਦੇ ਲੋਕਾਂ ਦੇ ਵੱਲੋਂ ਵਾਪਸ, ਪਰ ਬਾਅਦ ਦੇ ਵਿੱਚ ਰਾਤ ਨੂੰ ਫਿਰ ਉਹਨਾਂ ਸਿੱਖ ਪਰਿਵਾਰਾਂ ਦੇ ਉੱਤੇ ਅਟੈਕ ਕਰਨ ਵਾਸਤੇ ਆਏ। ਤੇ ਹੱਥਾਂ ਦੇ ਵਿੱਚ ਉਹਨਾਂ ਨੇ ਕੈਰੋਸਿਨ ਆਇਲ ਤੇ ਹੋਰ ਕਈ ਤਰ੍ਹਾਂ ਦੀ ਸਮੱਗਰੀ ਜਿਹੜੀ ਸੀਗੀ ਉਹ ਫੜੀ ਹੋਈ ਸੀ, ਜਿਸ ਦੇ ਨਾਲ ਉਹਨਾਂ ਨੇ ਸਿੱਖ ਪਰਿਵਾਰ ਜਿਹੜੇ ਆ ਉਹਨਾਂ ਦੇ ਉੱਤੇ ਅਟੈਕ ਕੀਤਾ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਸਾੜਿਆ ਗਿਆ, ਘਰ ਸਾੜ ਦਿੱਤੇ ਗਏ। ਤੇ ਇਸ ਦੇ ਵਿੱਚ ਤਕਰੀਬਨ ਜਿਹੜੀ ਰਿਪੋਰਟ ਦੀ ਗੱਲ ਕਰੀਏ ਉਹ ਸਾਹਮਣੇ ਆਈ ਹੈ, ਉਸ ਦੇ ਵਿੱਚ ਕਿਹਾ ਜਾਂਦਾ ਕਿ 32 ਲੋਕ ਜਿਹੜੇ ਆ ਉਹ ਮਾਰੇ ਗਏ। ਪਰ ਉਹਨਾਂ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ ਜਿਹੜੀ ਆ ਉਹ ਵੱਧ ਆ, ਜਿਹੜੀ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਜਾਂ ਜਿਨ੍ਹਾਂ ਲੋਕਾਂ ਦੇ ਵੱਲੋਂ ਇਸ ਚੀਜ਼ ਦੇ ਉੱਤੇ ਕੰਮ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਗਿਣਤੀ ਵੱਧ ਆ। ਪਰ ਇਹ ਕਿਹਾ ਜਾਂਦਾ ਹੈ ਕਿ 32 ਲੋਕ ਜਿਹੜੇ ਉਹ ਮਾਰੇ ਗਏ। ਇੱਕ ਫੌਜੀ ਜਿਹੜਾ ਸੀਗਾ ਉਹ ਉਸ ਇਲਾਕੇ ਦੇ ਵਿੱਚੋਂ ਗੁਜ਼ਰ ਰਿਹਾ ਸੀ, ਜਿਸ ਨੇ ਉਸ ਜਗ੍ਹਾ ਦੇ ਉੱਤੇ ਰਾਤ ਦੇ ਸਮੇਂ ਪਨਾਹ ਲਈ ਹੋਈ ਸੀ, ਉਹ ਵੀ ਇਸ ਘਟਨਾ ਦੇ ਵਿੱਚ ਮਾਰਿਆ ਗਿਆ। ਸੋ ਸਿੱਖਾਂ ਦਾ ਕਤਲੇਆਮ ਜਿਹੜਾ ਆ ਉਹ ਬੜਾ ਬੁਰੀ ਤਰ੍ਹਾਂ ਦੇ ਨਾਲ ਕੀਤਾ ਗਿਆ। ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਹੋਂਦ ਚਿੱਲੜ ਜਿਹੜਾ ਕਿ ਇੱਕ ਸਿੱਖਾਂ ਦਾ ਕਤਲੇਆਮ ਜਿਹੜਾ ਆ ਉਹ ਕੀਤਾ ਗਿਆ ਹਰਿਆਣੇ ਦੇ ਵਿੱਚ, ਇਹ ਚੀਜ਼ ਜਿਹੜੀ ਆ ਇਹ ਕਾਫੀ ਸਮਾਂ ਬਾਅਦ ਇਸ ਚੀਜ਼ ਦਾ ਜਿਹੜਾ ਆ ਲਗਭਗ ਵੱਡਾ ਸਮਾਂ ਜਿਹੜਾ ਆ ਉਹ ਬੀਤ ਜਾਣ ਤੋਂ ਬਾਅਦ ਦੇ ਵਿੱਚ ਇਹ ਚੀਜ਼ ਸਾਹਮਣੇ ਆਈ। ਕਿਸ ਤਰ੍ਹਾਂ ਦੇ ਨਾਲ ਇਸ ਦੀ ਖੋਜ ਕੀਤੀ ਗਈ ਕਿ ਇੱਥੇ ਕੁਝ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੈ ਉਹ ਸਿੱਖਾਂ ਦੇ ਨਾਲ ਵਾਪਰੀ ਆ ਜੀ? ਹਾਂਜੀ ਜੀ, ਇਹ ਜਿਹੜਾ ਮਸਲਾ ਸੀ, ਜਿਹੜਾ 32 ਸਿੱਖਾਂ ਦੇ ਕਤਲ ਦਾ ਹਰਿਆਣੇ ਦੇ ਹੋਂਦ ਚਿੱਲੜ ਦੇ ਵਿੱਚ, ਇਹ 2011 ਤੋਂ ਬਾਅਦ ਜੋ ਕਮਿਸ਼ਨ ਜਸਟਿਸ CP ਗਰਗ ਬਣਿਆ ਸੀ, ਉਸ ਦੀ ਰਿਪੋਰਟ ਦੇ ਆਧਾਰ ਤੇ ਅੱਗੇ ਅਸੀਂ ਹੁਣ ਹਾਈ ਕੋਰਟ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ 4 ਪੁਲਿਸ ਅਫਸਰਾਂ ਦੇ ਖਿਲਾਫ ਰਿਟ ਪਟੀਸ਼ਨ ਨੰਬਰ 17337 ਦਾਇਰ ਕੀਤੀ ਹੈ, ਜਿਹਦੇ ਵਿੱਚ ਕੱਲ ਬੜੀ ਅਹਿਮ ਤਰੀਕ ਹੈ, ਜਿਹਦੇ ਵਿੱਚ ਸਾਰੇ ਜਿਹੜੇ ਹਰਿਆਣਾ ਸਰਕਾਰ ਹੈ ਉਹਨੂੰ ਇਸ ਚੀਜ਼ ਦਾ ਜਵਾਬ ਦੇਣਾ ਹੋਏਗਾ। 32 ਸਿੱਖਾਂ ਦੇ ਕਤਲੇਆਮ ਦਾ ਉਹਨਾਂ ਨੂੰ ਜਵਾਬ ਦੇਣਾ ਹੋਏਗਾ। ਤੇ ਇਸ ਤੋਂ ਇਲਾਵਾ ਜਿਹੜੇ ਉਹ ਪੁਲਿਸ ਅਫਸਰ ਨੇ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ, ਜਾਂ ਉਹਨਾਂ ਪੁਲਿਸ ਅਫਸਰਾਂ ਨੂੰ ਜਿਹਦੇ ਵਿੱਚ SP ਲੈਵਲ ਦੇ
ਉੱਚ ਅਧਿਕਾਰੀ ਨੇ ਜਿਨ੍ਹਾਂ ਤੇ ਇਸ ਸਿੱਖ ਕਤਲੇਆਮ ਦੀ ਪੂਰੀ ਜ਼ਿੰਮੇਵਾਰੀ ਹੈਗੀ ਸੀ, ਉਹਨੂੰ ਹਾਈ ਕੋਰਟ ਦੇ ਵਿੱਚ ਕੱਲ੍ਹ ਦੱਸਣਾ ਹੋਏਗਾ। ਜੀ ਜੀ। ਤੇ ਵੀਰ ਜੀ, ਇਸ ਦੇ ਉੱਤੇ ਪਹਿਲਾਂ ਕਿਸੇ ਨੂੰ ਸਜ਼ਾ ਹੋਈ ਆ ਜਾਂ ਅਜੇ ਤੱਕ ਸਿਰਫ ਜਿਹੜਾ ਕੇਸ ਹੀ ਆ ਉਹੀ ਚੱਲ ਰਿਹਾ ਆ? ਵੀਰ ਜੀ, ਇਹ ਜਿਹੜਾ ਕੇਸ ਸੀ, ਜਿੱਦਾਂ ਸੰਗਤਾਂ ਜਾਣਦੀਆਂ ਨੇ ਕਿ ਜਿਹੜਾ ਕੇਸ ਹੈ 2011 ਤੋਂ ਚੱਲ ਰਿਹਾ ਸੀ ਆਪਣਾ ਜਸਟਿਸ TP ਗਰਗ ਕਮਿਸ਼ਨ ਦੇ ਵਿੱਚ, ਪਰ ਕਮਿਸ਼ਨ ਨੇ ਆਪਣੀ ਪੜਤਾਲ ਕਰਕੇ ਉਹਨਾਂ ਪੁਲਿਸ ਅਫਸਰਾਂ ਦੇ ਨਾਂ ਸਾਹਮਣੇ ਲਿਆਂਦੇ ਨੇ ਜਿਹੜੇ ਕਿ ਪੁਲਿਸ ਅਫਸਰ ਇਸ ਘਟਨਾਕ੍ਰਮ ਲਈ ਦੋਸ਼ੀ ਗਰਦਾਨੇ ਗਏ ਨੇ। ਔਰ ਹੁਣ ਜਿਹੜਾ ਇਹ ਕੇਸ ਹੈ ਇਹ ਹੁਣ ਹਾਈ ਕੋਰਟ ਦੇ ਵਿੱਚ, ਪਹਿਲਾਂ ਕਮਿਸ਼ਨ ਨੇ ਉਹਨਾਂ ਨੂੰ ਦੋਸ਼ੀ ਗਰਦਾਨ ਦਿੱਤਾ, ਪਰ ਹੁਣ ਅਸੀਂ ਅੱਗੇ ਉਹਨਾਂ ਦੀ ਸਜ਼ਾ ਦੇ ਲਈ ਹਾਈ ਕੋਰਟ ਦੇ ਵਿੱਚ ਚਾਰਾਜੋਈ ਕਰ ਰਹੇ ਹਾਂ। ਜੀ ਜੀ। ਜਿੱਥੇ ਭਾਈ ਸਾਹਿਬ ਜੀ ਤੁਸੀਂ ਇਹਨਾਂ ਪੁਲਿਸ ਵਾਲਿਆਂ ਦੇ ਉੱਤੇ ਜਿਹੜੇ ਦੋਸ਼ ਲੱਗੇ ਆ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਲੱਗੇ ਹੋਏ ਹੋ, ਪਰ ਜਿਹੜੇ ਲੋਕ ਉੱਥੇ ਆ ਕੇ ਜਿਨ੍ਹਾਂ ਨੇ ਇੱਕ ਘਿਨਾਉਣਾ ਕੰਮ ਕੀਤਾ ਕਿ ਉੱਥੇ ਸਿੱਖ ਪਰਿਵਾਰ ਜਿਹੜੇ ਸ਼ਾਂਤੀਪੂਰਨ ਤਰੀਕੇ ਨਾਲ ਰਹਿ ਰਹੇ ਸੀ, ਜਿਨ੍ਹਾਂ ਦਾ ਕਿਸੇ ਵੀ ਮਾਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ, ਉਹਨਾਂ ਦੇ ਉੱਤੇ ਆ ਕੇ ਅਟੈਕ ਕੀਤਾ, ਕੀ ਉਹਨਾਂ ਲੋਕਾਂ ਦੀ ਵੀ ਪਛਾਣ ਹੋ ਸਕੀ ਆ ਕਿ ਉਹ ਲੋਕ ਕੌਣ ਸਨ, ਕਿੱਥੋਂ ਆਏ ਸਨ, ਹਰਿਆਣੇ ਨਾਲ ਸੰਬੰਧਿਤ ਸਨ ਜਾਂ ਉਹ ਕਿਤੇੋਂ ਬਾਹਰੋਂ ਇੱਕ ਟਰੱਕ ਦੇ ਵਿੱਚ ਆ ਕੇ ਤੇ ਉੱਥੇ ਇੰਨਾ ਵੱਡੀ ਘਟਨਾ ਨੂੰ? ਸਾਰੇ ਲੋਕ ਸੀ ਉਹ ਸਰਕਾਰੀ ਗੁੰਡੇ ਸੀ, ਪੁਲਿਸ ਦੀ ਸ਼ਹਿ ਦੇ ਨਾਲ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਉਹ ਲੋਕ ਆਏ ਸੀ, ਔਰ ਜਿਹਦੇ ਵਿੱਚ ਇਹ ਬਿਲਕੁਲ ਸਾਬਤ ਹੋ ਚੁੱਕਿਆ ਕਿ ਜਿੰਨੇ ਵੀ ਪੁਲਿਸ ਦੇ ਉੱਚ ਅਧਿਕਾਰੀ ਨੇ ਉਹਨਾਂ ਦੀ ਸ਼ਹਿਰ ਦੇ ਉੱਤੇ ਸਾਰਾ ਕੁਝ ਹੋਇਆ ਸੀ। ਇਸੇ ਕਰਕੇ ਉਹਨਾਂ ਪੁਲਿਸ ਵਾਲਿਆਂ ਨੂੰ ਅਸੀਂ ਪਾਰਟੀ ਬਣਾਇਆ, ਕਿਉਂਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਪੁਲਿਸ ਵਾਲਿਆਂ ਨੇ 32 ਸਿੱਖਾਂ ਦਾ ਸੰਸਕਾਰ ਵੀ ਨਹੀਂ ਕੀਤਾ ਔਰ ਉਹਨਾਂ ਨਾਲ ਸੜੀਆਂ ਲਾਸ਼ਾਂ ਨੂੰ ਇੱਕ ਖੂਹ ਦੇ ਵਿੱਚ ਸੁੱਟ ਦਿੱਤਾ। ਔਰ ਉਹਨਾਂ ਸਿੱਖਾਂ ਦਾ ਜਿਹੜਾ ਕੇਸ ਸੀ ਸਿਰਫ 6 ਮਹੀਨੇ ਦੇ ਵਿੱਚ ਉਹਨਾਂ DSP ਲੈਵਲ ਦਾ ਰਾਮ ਭੱਜ ਹੈ। ਇਹ ਸਾਰੇ ਲੋਕ ਦੋਸ਼ੀ ਨੇ, ਇਸ ਲਈ ਇਹਨਾਂ ਨੂੰ ਕਮਿਸ਼ਨ ਨੇ ਦੋਸ਼ੀ ਗਰਦਾਨਿਆ ਤੇ ਹੁਣ ਹਾਈ ਕੋਰਟ ਦੇ ਵਿੱਚ ਇਹਨਾਂ ਦੀ ਸਜ਼ਾ ਦੇ ਲਈ ਅੱਗੇ ਚਾਰਾਜੋਈ ਹੋ ਰਹੀ ਹੈ। ਸੋ ਇਹ ਸਾਡੇ ਨਾਲ ਪਹਿਲਾਂ ਗੱਲਬਾਤ ਕਰ ਰਹੇ ਸਨ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ, ਜਿਨ੍ਹਾਂ ਨੇ ਹੋਂਦ ਚਿੱਲੜ ਦਾ ਜੋ ਘਟਨਾਕ੍ਰਮ ਪੂਰਾ ਵਾਪਰਿਆ ਉਸ ਦੇ ਸਬੰਧ ਵਿੱਚ ਸੰਗਤਾਂ ਨੂੰ ਜਾਣਕਾਰੀ ਜਿਹੜੀ ਆ ਉਹ ਦਿੱਤੀ। ਸੋ ਸਾਡੇ ਨਾਲ ਹੁਣ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ, ਉਹਨਾਂ ਨਾਲ ਫਤਿਹ ਦੀ ਸਾਂਝ ਪਾਵਾਂਗੇ। ਪਹਿਲੋਂ ਪੀਰ ਮੁਹੰਮਦ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਹੋਂਦ ਚਿੱਲੜ ਜਿਹੜੀ ਕਿ ਇੱਕ ਦਰਦਨਾਕ ਘਟਨਾ ਵਾਪਰੀ ਹੈ ਸਿੱਖਾਂ ਦੇ ਨਾਲ, ਉਸ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ। ਪਹਿਲਾਂ ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਉਸ ਸੰਬੰਧ ਦੇ ਵਿੱਚ ਦੱਸ ਰਹੇ ਸਨ, ਤੇ ਅਸੀਂ ਚਾਹਾਂਗੇ ਕਿ ਤੁਸੀਂ ਵੀ ਇਸ ਚੀਜ਼ ਦੇ ਨਾਲ ਜੁੜੇ ਰਹੇ ਜੇ, ਇੱਥੋਂ ਤੱਕ ਕਿ ਤੁਸੀਂ ਇਸ ਚੀਜ਼ ਦੀ ਖੋਜ ਜਿਹੜੀ ਉਹ ਕੀਤੀ, ਉਸ ਤੋਂ ਬਾਅਦ ਦੇ ਵਿੱਚ ਹੀ ਮਾਮਲਾ ਜਿਹੜਾ ਮੀਡੀਆ ਦੇ ਵਿੱਚ ਆਇਆ ਤੇ ਜਿਹੜੇ ਰਾਜਨੀਤਿਕ ਲੀਡਰ ਆ ਉਹਨਾਂ ਤੱਕ ਪਹੁੰਚਿਆ ਤੇ ਬਾਅਦ ਦੇ ਵਿੱਚ ਕਾਫੀ ਕੁਝ ਹੋਇਆ। ਇਸ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਵੀ ਪਹੁੰਚੀ। ਸੋ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਜਿਹੜਾ ਆ ਲੋਕਾਂ ਦੇ ਸਾਹਮਣੇ ਕਿਸ ਤਰ੍ਹਾਂ ਲੱਭ ਕੇ ਲਿਆਂਦਾ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਤੇ ਇੱਕ ਐਡੀ ਵੱਡੀ ਘਟਨਾ ਵਾਪਰੀ ਹੈ ਜਿੱਥੇ ਸ਼ਰੇਆਮ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ? ਜੀ ਦੇਖੋ ਜੀ, ਇਹ ਇਸ ਤਰ੍ਹਾਂ ਮਸਲਾ ਹੈ ਕਿ ਜਿਹੜਾ ਨਵੰਬਰ 1984 ਦਾ ਸਿੱਖ ਨਸਲਕੁਸ਼ੀ ਹੋਈ ਹੈ ਉਹਨੂੰ ਇਕੱਲਾ ਦਿੱਲੀ ਦੇ ਵਿੱਚ ਪ੍ਰਚਾਰਿਆ ਜਾਂਦਾ ਹੈ ਕਿ ਦਿੱਲੀ ਦੰਗੇ ਨੇ, ਤੇ ਅਸੀਂ ਇਹ ਪ੍ਰੂਵ ਕਰਨਾ ਚਾਹੁੰਦੇ ਸੀ ਕਿ ਇਹ ਇਕੱਲੇ ਦਿੱਲੀ ਦੰਗੇ ਨਹੀਂ, ਇਹ ਭਾਰਤ ਦੇ ਅੰਦਰ ਵੱਖ-ਵੱਖ ਰਾਜਾਂ ਦੇ ਵਿੱਚ ਸਿੱਖਾਂ ਦਾ ਇੱਕ ਯੋਜਨਾਬੰਦ ਢੰਗ ਦੇ ਨਾਲ ਕਤਲੇਆਮ ਕੀਤਾ ਗਿਆ ਸੀ। ਇੱਕ ਲੜਕੀ ਸੀ ਜੀ ਫਰੀਦਾਬਾਦ ਤੋਂ, ਉਹਨੇ ਸਾਡੇ ਨਾਲ ਸੰਪਰਕ ਕੀਤਾ ਸੀ। ਉਹਨੇ ਦੱਸਿਆ ਸੀ ਕਿ ਗੜਗਾਉਂ ਦੇ ਅੰਦਰ ਇੱਕ ਫੈਕਟਰੀ ਹੈ, ਉੱਥੇ ਇੱਕ ਇੰਜੀਨੀਅਰ ਹੈ ਮਨਵਿੰਦਰ ਸਿੰਘ ਗਿਆਸਪੁਰਾ ਨਾਮ ਦੇ, ਉਹਨਾਂ ਨਾਲ ਤੁਸੀਂ ਇਸ ਨੰਬਰ ਤੇ ਸੰਪਰਕ ਕਰੋ। ਤੇ ਫਿਰ ਅਸੀਂ ਇਹਨਾਂ ਦੇ ਕੋਲ ਗਏ ਸੀ ਫਰਵਰੀ ਦੇ ਪਹਿਲੇ ਹਫ਼ਤੇ, ਦੂਸਰੇ ਹਫ਼ਤੇ ਇਹ ਲਗਾਤਾਰ ਇਹਨਾਂ ਨਾਲ ਤਾਲਮੇਲ ਦੇ ਵਿੱਚ ਰਹੇ ਤੇ ਫਿਰ 18 ਫਰਵਰੀ ਨੂੰ ਅਸੀਂ ਹੋਂਦ ਚਿੱਲੜ ਪਿੰਡ ਦੇ ਵਿੱਚ ਪਹੁੰਚੇ ਸੀ। ਜਦੋਂ ਉੱਥੇ ਪਹੁੰਚੇ ਤੇ ਉੱਥੋਂ ਦਾ ਜਿਹੜਾ ਭਿਆਨਕ ਦ੍ਰਿਸ਼ ਸੀ ਉਹ ਬਿਆਨ ਕਰਦਾ ਪਿਆ ਸੀ ਕਿ ਸਿੱਖਾਂ ਦੀ ਨਸਲਕੁਸ਼ੀ ਦੀ ਜਿਹੜੀ ਨਿਸ਼ਾਨੀ ਸੀ, ਜਿਹੜੀ ਕਿ ਅਸੀਂ ਪ੍ਰੂਵ ਕਰਨਾ ਚਾਹੁੰਦੇ ਹਾਂ, ਦੁਨੀਆ ਨੂੰ ਦੱਸਣਾ ਚਾਹੁੰਦੇ ਸਾਂ ਕਿ ਵਾਕਿਆ ਹੀ ਇੱਕ ਦਰਦਨਾਕ ਘੱਲੂਘਾਰਾ ਹੈ। ਤੇ ਉਹਦੀ ਜਿਉਂਦੀ ਜਾਗਦੀ ਮਿਸਾਲ ਜਿਹੜੀ ਹੈ ਉਹ ਸਾਨੂੰ ਹੋਂਦ ਚਿੱਲੜ ਪਿੰਡ ਦੇ ਵਿੱਚੋਂ ਮਿਲ ਗਈ, ਤੇ ਜਿੱਥੇ ਕਿ 32 ਸਿੱਖਾਂ ਨੂੰ ਜਿੰਦਾ ਜਲਾਇਆ ਗਿਆ ਸੀ। ਫਿਰ ਸਾਰਾ ਮਸਲਾ ਜਿਹੜਾ ਹੈ 18 ਫਰਵਰੀ 2011 ਨੂੰ ਮੀਡੀਆ ਦੇ ਸਾਹਮਣੇ ਲੈ ਕੇ ਆਏ। ਜਦੋਂ ਮੀਡੀਆ ਦੇ ਸਾਹਮਣੇ ਲਿਆਂਦਾ ਤਾਂ ਉਸ ਤੋਂ ਬਾਅਦ ਫਿਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਇਹਦੀ ਗੂੰਜ ਪਈ, ਤੇ ਹਰਿਆਣਾ ਤੇ ਪੰਜਾਬ ਅਸੈਂਬਲੀ ਦੇ ਅੰਦਰ ਤੇ ਰਾਜ ਸਭਾ ਦੇ ਅੰਦਰ ਵੀ ਜਦੋਂ ਇਹ ਮਸਲਾ ਗਿਆ
ਤਾਂ ਫਿਰ ਅਸੀਂ ਇਹ ਸੋਚਿਆ ਕਿ ਹੁਣ ਇਸ ਜਗ੍ਹਾ ਦੇ ਉੱਪਰ ਵੱਡਾ ਪੰਥਕ ਇਕੱਠ ਬੁਲਾਇਆ ਜਾਵੇ ਤਾਂ ਕਿ ਸਮੁੱਚੇ ਸਿੱਖ ਜਗਤ ਨੂੰ ਤੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਨੂੰ ਇਹ ਸਾਰਾ ਦ੍ਰਿਸ਼ ਦਿਖਾਇਆ ਜਾਵੇ। ਤਾਂ ਫਿਰ ਅਸੀਂ 6 ਮਾਰਚ 2011 ਨੂੰ ਉਸ ਜਗ੍ਹਾ ਦੇ ਉੱਤੇ ਅਖੰਡ ਪਾਠ ਸਾਹਿਬ ਰਖਾਇਆ ਤੇ ਅਖੰਡ ਪਾਠ ਸਾਹਿਬ ਦੇ ਜਦੋਂ ਭੋਗ ਪਾਏ ਗਏ ਤਾਂ ਉੱਥੇ ਇੱਕ ਵੱਡਾ ਇਕੱਠ ਹੋਇਆ ਤੇ ਵੱਖ-ਵੱਖ ਟੀਵੀ ਚੈਨਲਾਂ ਨੇ ਉਦੋਂ ਉਹਨੂੰ ਲਾਈਵ ਵੀ ਕੀਤਾ। ਤਾਂ ਉੱਥੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਜਿਹੜੇ ਗਿਆਨੀ ਗੁਰਬਚਨ ਸਿੰਘ ਸਨ ਇਹ ਵੀ ਮੌਕੇ ਤੇ ਪਹੁੰਚੇ ਤੇ ਅਲੱਗ-ਅਲੱਗ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਉੱਥੇ ਪਹੁੰਚੇ। ਜੀ ਹੈਲੋ ਜੀ ਜੀ ਭਾਈ ਸਾਹਿਬ, ਇਕੱਠ ਦੇ ਵਿੱਚ ਫਿਰ ਉਸ ਇਕੱਠ ਦੇ ਵਿੱਚ ਫਿਰ ਜਿਹੜਾ ਇਹ ਫੈਸਲਾ ਕੀਤਾ ਗਿਆ ਕਿ ਇੱਥੇ ਇੱਕ ਸ਼ਹੀਦੀ ਯਾਦਗਾਰ ਬਣਾਈ ਜਾਵੇਗੀ। ਉਹਦਾ ਬਕਾਇਦਾ ਜਿਹੜਾ ਸਤੋਨ ਹੈ ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਸਿੱਖਸ ਫਾਰ ਜਸਟਿਸ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਜਿਹੜਾ ਸਾਂਝੇ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਸੀ। ਤਾਂ ਉਹ ਸਟੋਨ ਜਿਹੜਾ ਹੈ 32 ਸ਼ਹੀਦਾਂ ਦੀ ਯਾਦ ਵਿੱਚ ਉਹ ਬਕਾਇਦਾ ਗਿਆਨੀ ਗੁਰਬਚਨ ਸਿੰਘ ਜੀ ਉੱਥੇ ਲਾ ਕੇ ਆਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ ਕਿ ਅਸੀਂ ਇੱਥੇ ਯਾਦਗਾਰ ਬਣਾਵਾਂਗੇ। ਅਸੀਂ ਆਪਣੇ ਪੱਧਰ ਤੇ ਵੀ ਕੋਸ਼ਿਸ਼ਾਂ ਕੀਤੀਆਂ ਕਿ ਇੱਥੇ ਯਾਦਗਾਰ ਬਣੇ, ਲੇਕਿਨ ਜਿਹੜੇ ਟੀਪੀ ਗਰਗ ਜਿਹੜੇ ਆ ਇੱਕ ਮੈਂਬਰੀ ਕਮਿਸ਼ਨ ਬਣਾਇਆ ਗਿਆ ਤਾਂ ਉਸ ਕਮਿਸ਼ਨ ਨੇ ਕਹਿ ਦਿੱਤਾ ਕਿ ਐਜ ਇਟ ਇਹਨੂੰ ਰਹਿਣ ਦਿੱਤਾ ਜਾਵੇ, ਇੱਥੇ ਕੋਈ ਵੀ ਚੀਜ਼ ਇੱਧਰ ਉੱਧਰ ਨਾ ਕੀਤੀ ਜਾਵੇ। ਤਾਂ ਫਿਰ ਉਸ ਤੋਂ ਬਾਅਦ ਜਿਹੜੀ ਪੈਰਵਾਈ ਚੱਲੀ ਤਾਂ ਉਹ ਪੈਰਵਾਈ ਜਿਹੜੀ ਲਗਾਤਾਰ ਅੱਜ ਤੱਕ ਵੀ ਚੱਲਦੀ ਆ ਰਹੀ ਹੈ, ਜਿਹਦੇ ਵਿੱਚ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾ ਵੀ ਮਿਲ ਚੁੱਕਾ ਹੈ। ਭਾਈ ਸਾਹਿਬ ਜੀ, ਜਿਸ ਤਰ੍ਹਾਂ ਤੁਸੀਂ ਇਹ ਦੱਸ ਰਹੇ ਜੇ ਜਿਹੜਾ ਇਹ ਘਟਨਾਕ੍ਰਮ ਹੋਇਆ ਇਸ ਦੇ ਉੱਤੇ ਟੀਪੀ ਗਰਗ ਜਿਹੜੇ ਉਹਨਾਂ ਨੇ ਲਗਭਗ 3-3.5 ਸਾਲ ਜਿਹੜੇ ਆ ਕੰਮ ਕੀਤਾ, ਸਰਚ ਕੀਤੀ, ਉਸ ਤੋਂ ਬਾਅਦ ਰਿਪੋਰਟ ਜਿਹੜੀ ਆ ਉਹ ਹਰਿਆਣਾ ਸਰਕਾਰ ਨੂੰ ਵੀ ਦਿੱਤੀ। ਪਰ ਜਿਹੜੇ ਲੋਕਾਂ ਦੀ ਗਿਣਤੀ ਕਹੀ ਜਾਂਦੀ ਹੈ ਇੱਥੇ ਸਿੱਖ ਜਿਹੜੇ ਸੀਗੇ 32 ਸਿੱਖਾਂ ਦਾ ਕਿਹਾ ਜਾਂਦਾ ਵਾ ਕਿ ਕਤਲੇਆਮ ਕੀਤਾ ਗਿਆ। ਇਹ ਗਿਣਤੀ ਕੁਝ ਲੋਕ ਜਿਹੜੇ ਆ ਉਹ ਵੱਧ ਵੀ ਦੱਸਦੇ ਨੇ ਕਿ ਵੱਧ ਵੀ ਹੋ ਸਕਦੀ ਸੀ, ਪਰ ਇਹ 32 ਜਿਹੜੀ ਆ ਉਹ ਸਾਹਮਣੇ ਆਈ ਆ। ਇਹ ਨਹੀਂ ਜੀ, ਇਹ ਤਾਂ ਉਸ ਤੋਂ ਬਾਅਦ ਬਹੁਤ ਸਾਰੀ ਗਿਣਤੀ ਵੱਧ ਗਈ ਸੀ। ਫਿਰ ਲਾਗੇ ਮੈਂ ਜਿਵੇਂ ਦੱਸਿਆ ਕਿ ਕਈ ਹੋਰ ਥਾਵਾਂ ਦੇ ਉੱਤੇ ਜਿਹੜਾ ਕਤਲੇਆਮ ਹੋਇਆ ਸੀ ਉਹਨਾਂ ਦੀ ਬਕਾਇਦਾ ਜਿਵੇਂ ਜਿਵੇਂ ਪਤਾ ਲੱਗਾ ਫਿਰ ਲੋਕ ਪੀੜਤ ਪਰਿਵਾਰ ਸਾਹਮਣੇ ਆਉਣੇ ਸ਼ੁਰੂ ਹੋ ਗਏ। ਤਾਂ ਫਿਰ ਇਹ ਗਿਣਤੀ ਜਿਹੜੀ ਹੈ ਤਕਰੀਬਨ 60 ਤੋਂ ਵੀ ਉੱਪਰ ਪਹੁੰਚ ਗਈ ਸੀ। ਔਰ ਇਹ ਗਿਣਤੀ ਜਿਹੜੀ ਹੈ ਉਸ ਦੇ ਜਿਹੜੇ ਅੰਕੜੇ ਜਿਹੜੇ ਨੇ ਉਹ ਲਗਾਤਾਰ ਵੱਧਦੇ ਗਏ ਜਿਵੇਂ ਜਿਵੇਂ ਇਹਦੀ ਖੋਜ ਹੋਈ, ਕਿਉਂਕਿ ਜਿਵੇਂ ਪਹਿਲਾਂ ਗੱਲ ਕੀਤੀ ਜਾਂਦੀ ਦਿੱਲੀ ਦੰਗੇ, ਇਹ ਦੰਗੇ ਨਹੀਂ ਸੀ, ਕਤਲੇਆਮ ਸੀ। ਫਿਰ ਇਸੇ ਤਰ੍ਹਾਂ ਹੌਂਦ ਚਿੱਲੜ ਤੋਂ ਬਾਅਦ ਫਿਰ ਰਵਾੜੀ ਤੋਂ ਫਿਰ ਅੱਗੇ ਗਹਿਲੀ ਮੰਡੀ, ਫਿਰ ਪਾਣੀਪਤ, ਕਰਨਾਲ ਤੇ ਗੜਗਾਉਂ, ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਸੀ ਉਹਦੀਆਂ ਕਈ ਮਿਸਾਲਾਂ ਜਿਹੜੀਆਂ ਨੇ, ਕਈ ਸਬੂਤ ਨੇ ਉਹ ਸਾਹਮਣੇ ਆਏ। ਤਾਂ ਜਿਹੜਾ ਟੀਪੀ ਗਰਗ ਉਹਨੇ ਮੇਨ ਫੋਕਸ ਜਿਹੜਾ ਰੱਖਿਆ ਮੁਆਵਜ਼ੇ ਤੇ, ਮੁਆਵਜ਼ਾ ਤਾਂ ਪੀੜਤ ਪਰਿਵਾਰਾਂ ਨੂੰ ਬਹੁਤ ਮਿਲਿਆ, ਲੇਕਿਨ ਜਿਹੜੇ ਪੁਲਿਸ ਵਾਲਿਆਂ ਨੇ ਨਗਹਿਲੀ ਕੀਤੀ ਜਾਂ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਜਿਹੜੇ ਦੋਸ਼ੀ ਸਨ, ਉਹਨਾਂ ਨੂੰ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਅੱਜ ਤੱਕ ਵੀ ਨਹੀਂ ਲਿਆਂਦਾ ਗਿਆ ਤੇ ਨਾ ਹੀ ਉਹਨਾਂ ਨੂੰ ਕੋਈ ਸਜ਼ਾ ਦਿੱਤੀ ਗਈ, ਨਾ ਉਹਨਾਂ ਦੇ ਉੱਤੇ ਬਕਾਇਦਾ ਕੋਈ ਮੁਕੱਦਮਾ ਚੱਲਿਆ। ਤੇ ਜਿਹੜੇ ਪੁਲਿਸ ਵਾਲਿਆਂ ਤੋਂ ਭਾਵ ਕਿ ਇਨਸਾਫ ਨਹੀਂ ਮਿਲਿਆ, ਜ਼ੋਰ ਜ਼ਿਆਦਾ ਮੁਆਵਜ਼ੇ ਦੇ ਉੱਤੇ ਰਿਹਾ, ਨਾ ਕਿ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕੀਤੀ ਗਈ ਜਿਹੜੇ ਉੱਥੇ ਪਹੁੰਚੇ ਸੀਗੇ ਸਰਕਾਰੀ ਗੁੰਡਿਆਂ ਦੇ ਤੌਰ ਦੇ ਉੱਤੇ, ਤੇ ਨਾ ਹੀ ਉਹਨਾਂ ਲੋਕਾਂ ਤੇ ਕਾਰਵਾਈ ਹੋਈ ਜਿਹੜੇ ਉਸ ਵੇਲੇ ਪੁਲਿਸ ਜਿਹੜੇ ਕਿ ਮੌਜੂਦਾ ਅਧਿਕਾਰੀ ਸੀਗੇ ਉਸ ਸਮੇਂ। ਹਾਂਜੀ, ਜਿਹੜੀ ਸਭ ਤੋਂ ਮੇਨ ਗੱਲ ਇਹ ਆ ਕਿ ਇੱਥੇ ਗੁਰਦੁਆਰਾ ਸਾਹਿਬ ਸੀ ਇਸ ਪਿੰਡ ਦੇ ਵਿੱਚ ਹੌਂਦ ਚਿੱਲੜ ਦੇ ਅੰਦਰ, ਤਾਂ ਉਸ ਗੁਰਦੁਆਰੇ ਨੂੰ ਜਿਹੜਾ ਜਲਾ ਦਿੱਤਾ ਗਿਆ ਸੀ। ਉੱਥੇ ਇੱਕ ਸਿੱਖ ਫੌਜੀ ਸੀ ਇੰਦਰਜੀਤ ਸਿੰਘ, ਜਿਹਨੇ ਪਨਾਹ ਲਈ ਸੀ ਪਿੰਡ ਦੇ ਅੰਦਰ, ਉਹਨੂੰ ਵੀ ਨਾਲ ਹੀ ਸ਼ਹੀਦ ਕਰ ਦਿੱਤਾ ਗਿਆ। ਸੋ ਇਸ ਤਰ੍ਹਾਂ ਇੱਕ ਦਰਦਨਾਕ ਸਾਕਾ ਸੀ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪਾਂ ਨੂੰ ਅਗਨ ਭੇਟ ਕੀਤਾ ਗਿਆ, ਗੁਰਦੁਆਰੇ ਨੂੰ ਅੱਗ ਲਗਾਈ ਗਈ, ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਉੱਥੇ ਇਹ ਆਪਣੇ ਆਪ ਦੇ ਵਿੱਚ ਇੰਨੇ ਲੰਮੇ ਸਮੇਂ ਬਾਅਦ ਜਦੋਂ ਅੱਜ ਤੋਂ 6 ਸਾਲ ਪਹਿਲਾਂ ਇਹ ਗੱਲ ਸਾਹਮਣੇ ਮੀਡੀਆ ਤੇ ਆਈ, ਤਾਂ ਅੱਜ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਹੋਣੀ, ਇਹ ਆਪਣੇ ਆਪ ਵਿੱਚ ਤੁਸੀਂ ਇਹ ਦੇਖ ਲਓ ਕਿ ਬਹੁਤ ਵੱਡਾ ਇੱਕ ਸਾਜ਼ਿਸ਼ ਕਹੀ ਜਾ ਸਕਦੀ ਹੈ, ਇੱਕ ਦਰਿੰਦਗੀ ਕਹੀ ਜਾ ਸਕਦੀ ਹੈ। ਔਰ ਇੰਡੀਆ ਦੇ ਸਿਸਟਮ ਦੇ ਜਿਹੜਾ ਜੁਡੀਸ਼ੀਅਲੀ ਸਿਸਟਮ ਹੈ ਉਹਦੇ ਮੱਥੇ ਤੇ ਇੱਕ ਭਾਰੀ ਕਲੰਕ ਵੀ ਕਿਹਾ ਜਾ ਸਕਦਾ। ਬਿਲਕੁਲ ਭਾਈ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਵਾਕਿਆ ਹੀ ਇੱਕ ਭਾਰੀ ਕਲੰਕ ਜਿਹੜਾ ਹੈ ਉਹ ਕਿਹਾ ਜਾ ਸਕਦਾ। ਜੇਕਰ ਗੱਲ ਕਰੀਏ ਮਨੁੱਖੀ
ਅਧਿਕਾਰ ਸੰਸਥਾਵਾਂ ਦੀ, ਤਾਂ ਉਹਨਾਂ ਨੇ ਕੀ ਕੁਝ ਕਾਰਵਾਈ ਕੀਤੀ ਜਿਸ ਤਰ੍ਹਾਂ ਦੇ ਨਾਲ ਨਿਹੱਥੇ ਲੋਕਾਂ ਦੇ ਉੱਤੇ ਤੇਲ ਪਾ ਕੇ ਸਿੱਖਾਂ ਨੂੰ ਸਾੜ ਦਿੱਤਾ ਗਿਆ, ਉਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਮਾਰਿਆ ਗਿਆ। ਕੁਝ ਇੱਕ ਮੈਂ ਚੀਜ਼ਾਂ ਜਿਹੜੀਆਂ ਸੁਣ ਰਿਹਾ ਸੀਗਾ ਉਸ ਦੇ ਵਿੱਚ ਇਹ ਵੀ ਸਾਹਮਣੇ ਆਇਆ ਆ ਕਿ ਉੱਥੇ ਬੋਟੀਆਂ ਖਿਲਰੀਆਂ ਪਈਆਂ ਸੀ, ਜਦ ਉਸ ਤੋਂ 2-4 ਦਿਨ ਬਾਅਦ ਦੇ ਵਿੱਚ ਵੀ ਆ ਕੇ ਉੱਥੇ ਕੁਝ ਲੋਕਾਂ ਨੇ ਦੇਖਿਆ ਤੇ ਪੱਥਰ ਖੂਨ ਦੇ ਲਿਬੜੇ ਜਿਹੜੇ ਆ ਉਸ ਜਗ੍ਹਾ ਦੇ ਉੱਤੇ ਪਏ ਸੀ। ਇੰਨੀ ਬੁਰੀ ਤਰ੍ਹਾਂ ਦੇ ਨਾਲ ਇਹਨਾਂ ਸਿੱਖ ਪਰਿਵਾਰਾਂ ਦਾ ਕਤਲੇਆਮ ਜਿਹੜਾ ਕੀਤਾ ਗਿਆ। ਸੋ ਹਿਊਮਨ ਰਾਈਟਸ ਸੰਸਥਾਵਾਂ ਜਿਹੜੀਆਂ ਉਹ ਕੰਮ ਕਰ ਰਹੀਆਂ ਨੇ ਤੇ ਕੰਮ ਕਰਦੀਆਂ ਨੇ। ਇਸ ਮਾਮਲੇ ਦੇ ਵਿੱਚ ਤੁਹਾਨੂੰ ਕਿੰਨਾ ਕੁ ਸਹਿਯੋਗ ਉਹਨਾਂ ਦਾ ਮਿਲਿਆ ਤੇ ਉਹਨਾਂ ਨੇ ਕੀ ਕੁਝ ਰੋਲ ਆਪਣਾ ਅਦਾ ਕੀਤਾ? ਦੇਖੋ, ਜਿਹੜੀ ਸਿੱਖਸ ਫਾਰ ਜਸਟਿਸ ਮਨੁੱਖੀ ਅਧਿਕਾਰ ਸੰਸਥਾ ਹੈ ਉਸਨੇ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਯੂਨੈਸਕੋ ਦੇ ਵਿੱਚ ਉਹਨਾਂ ਨੇ ਬਕਾਇਦਾ ਕੇਸ ਨੂੰ ਲੈ ਕੇ ਗਏ ਕਿ ਇਹਨੂੰ ਇਸ ਜਗ੍ਹਾ ਨੂੰ ਪ੍ਰਜਰਵ ਕੀਤਾ ਜਾਵੇ, ਇਹਨੂੰ ਇਸ ਤਰੀਕੇ ਦੇ ਵਿੱਚ ਦੁਨੀਆ ਦੇ ਸਾਹਮਣੇ ਰੱਖਿਆ ਜਾਵੇ ਕਿ ਇਹ ਇੱਕ ਨਸਲਕੁਸ਼ੀ ਦੀ ਨਿਸ਼ਾਨੀ ਵਜੋਂ ਸੰਭਾਲ ਕੇ ਰੱਖਿਆ ਜਾਵੇ। ਤਾਂ ਉਸ ਵਾਸਤੇ ਬਕਾਇਦਾ ਜਿਹੜੇ ਹੈਗੇ ਨੇ ਨੇਕ ਚੰਦ ਜੀ, ਜਿਹੜੇ ਹੁਣ ਸਾਡੇ ਵਿੱਚ ਨਹੀਂ ਰਹੇ, ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿੱਚ ਰੌਕ ਗਾਰਡਨ ਬਣਾਇਆ, ਫਿਰ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਉਹਨਾਂ ਨੂੰ ਮੈਂ ਨਾਲ ਲੈ ਕੇ ਬਕਾਇਦਾ ਉਸ ਜਗ੍ਹਾ ਦੇ ਉੱਤੇ ਵਿਜ਼ਿਟ ਕਰਾਇਆ। ਨੇਕ ਚੰਦ ਜੀ ਨੇ ਵੀ ਸਾਨੂੰ ਇਹੋ ਸਲਾਹ ਦਿੱਤੀ ਕਿ ਦੁਨੀਆ ਦੇ ਵਿੱਚ ਇਹ ਜਿਹੜੀ ਇੱਕ ਬੜੀ ਹੀ ਭਿਆਨਕ ਤਰਾਸਦੀ ਵਾਲੀ ਜਗ੍ਹਾ ਹੈ ਤੇ ਇਸ ਜਗ੍ਹਾ ਨੂੰ ਤੁਸੀਂ ਇੱਕ ਸ਼ਹੀਦੀ ਯਾਦਗਾਰ ਵਜੋਂ ਸਥਾਪਿਤ ਕਰੋਗੇ ਤਾਂ ਬਹੁਤ ਅੱਛਾ ਰਹੇਗਾ। ਫਿਰ ਅਸੀਂ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਨੇ ਮਤਾ ਪਾਸ ਕਰਕੇ ਇੱਕ ਬਾਬਾ ਜੀ ਨੂੰ ਕਾਰ ਸੇਵਾ ਵਾਲਿਆਂ ਨੂੰ ਬਕਾਇਦਾ ਇਹ ਸੇਵਾ ਵੀ ਸੌਂਪ ਦਿੱਤੀ ਸੀ। ਲੇਕਿਨ ਉਹ ਜਿਹੜੇ ਸੰਤ ਸਨ, ਜਿਹੜੇ ਕਿ ਆਪਣੇ ਇੱਥੇ ਅਟਲ ਸਾਹਿਬ ਦੀ ਸੇਵਾ ਕਰਾਉਂਦੇ ਸਨ ਅੰਮ੍ਰਿਤਸਰ ਸਾਹਿਬ, ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ। ਲੇਕਿਨ ਉਹ ਐਗਜੈਕਟਿਵ ਨੇ ਬਕਾਇਦਾ ਇਸ ਜਗ੍ਹਾ ਨੂੰ ਸ਼ਹੀਦੀ ਯਾਦਗਾਰ ਵਜੋਂ ਬਣਾਉਣ ਲਈ ਮਤਾ ਵੀ ਪਾਸ ਕੀਤਾ ਹੋਇਆ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਸੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਫਰਜ਼ ਬਣਦਾ ਸੀ ਕਿ ਜਦੋਂ ਉਹਨਾਂ ਨੇ ਐਗਜੈਕਟਿਵ ਨੇ ਮਤਾ ਪਾਸ ਕਰ ਦਿੱਤਾ ਤਾਂ ਉਹਨਾਂ ਨੂੰ ਇਹ ਜਗ੍ਹਾ ਜਿਹੜੀ ਹੈ ਸ਼ਹੀਦੀ ਯਾਦਗਾਰ ਵਜੋਂ ਬਣਾਉਣੀ ਚਾਹੀਦੀ ਸੀ। ਸੋ ਅੱਜ ਤੱਕ ਜਿਹੜਾ ਸਾਡੀ ਸਭ ਤੋਂ ਵੱਡੀ ਡਿਮਾਂਡ ਹੈ, ਇੱਕ ਕਾਤਲਾਂ ਨੂੰ ਸਜ਼ਾਵਾਂ ਮਿਲਣ, ਦੂਸਰਾ ਜਿਹੜੀ ਹੈ ਕਿ ਇਹ ਸ਼ਹੀਦੀ ਯਾਦਗਾਰ ਵਜੋਂ ਇਹ ਜਗ੍ਹਾ ਸਥਾਪਿਤ ਹੋਵੇ ਤੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗ ਸਕੇ ਕਿ ਨਵੰਬਰ 1984 ਦੇ ਪਹਿਲੇ ਹਫ਼ਤੇ ਇੰਡੀਆ ਦੇ ਅੰਦਰ ਸਿੱਖਾਂ ਦੀ ਕਿਵੇਂ ਨਸਲਕੁਸ਼ੀ ਕੀਤੀ ਗਈ ਤੇ ਜਿਹੜੇ ਕਾਤਲ ਸਨ ਉਹਨਾਂ ਨੂੰ ਕਿਵੇਂ ਸਰਕਾਰਾਂ ਨੇ ਪੁਸ਼ਤ ਪਨਾਹੀ ਕੀਤੀ ਤੇ ਅੱਜ ਵੀ ਕਾਤਲ ਜਿਹੜੇ ਆ ਉਹ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਨੇ। ਭਾਈ ਸਾਹਿਬ, ਮੈਂ ਦੇਖ ਰਿਹਾ ਸੀਗਾ ਕਿ ਜਿਸ ਤਰ੍ਹਾਂ ਗਿਆਨੀ ਗੁਰਬਚਨ ਸਿੰਘ ਉਸ ਸਮੇਂ ਉੱਥੇ ਪਹੁੰਚੇ ਸੀਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਕੀ ਕੁਝ ਉਹਨਾਂ ਪਰਿਵਾਰਾਂ ਦੀ ਆਰਥਿਕ ਤੌਰ ਦੇ ਉੱਤੇ ਮਦਦ ਕੀਤੀ ਗਈ, ਜਾਂ ਜਿਹੜਾ ਕੇਸ ਚੱਲ ਰਿਹਾ ਉਸ ਦੇ ਵਿੱਚ ਵੀ ਕਿਸੇ ਤਰ੍ਹਾਂ ਦੇ ਵਕੀਲ ਦੀ ਪੈਰਵਾਈ ਕਰਨੀ ਜਾਂ ਕੁਝ ਇਸ ਤਰ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅੱਗੇ ਆ ਕੇ ਕੀਤਾ, ਜਾਂ ਸਿਰਫ ਉੱਥੋਂ ਜਾਣ ਤੱਕ ਜਾਂ ਕੁਝ ਪੈਸੇ ਦੇਣ ਤੱਕ ਹੀ ਇਹ ਕਮੇਟੀ ਜਿਹੜੀ ਸੀਮਿਤ ਰਹੀ? ਨਹੀਂ, ਦੇਖੋ, ਜਦੋਂ ਇਹ ਭਾਰੀ ਦਬਾਅ ਪਿਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਿੱਖਸ ਫਾਰ ਜਸਟਿਸ ਵੱਲੋਂ, ਤਾਂ ਉਸ ਤੋਂ ਬਾਅਦ ਜਦੋਂ ਇਹ ਮਸਲਾ ਮੀਡੀਆ ਦੇ ਵਿੱਚ ਆਇਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨੀ ਪਈ। ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਿਹੜੀ ਬਕਾਇਦਾ ਪਰਿਵਾਰਾਂ ਦੀ ਸਹਾਇਤਾ ਕੀਤੀ ਹੈ ਔਰ ਈਵਨ ਜਿਹੜੇ ਮਨਵਿੰਦਰ ਸਿੰਘ ਗਿਆਸਪੁਰਾ ਹੈ ਇਹਨਾਂ ਦੀ ਪਤਨੀ ਨੂੰ ਵੀ ਨੌਕਰੀ ਦਿੱਤੀ ਹੈ। ਹੁਣ ਬਕਾਇਦਾ ਉਹਨਾਂ ਨੂੰ ਵੀ ਨੌਕਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦੇ ਦਿੱਤੀ ਗਈ ਤੇ ਇਹਨਾਂ ਦੇ ਬੱਚਿਆਂ ਦੀਆਂ ਫੀਸਾਂ ਵੀ ਜਿਹੜੀਆਂ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਦੇ ਬੱਚਿਆਂ ਦੀ ਫ੍ਰੀ ਪੜ੍ਹਾਈ ਕਰਵਾਈ ਹੈ ਤੇ ਕਰਵਾ ਰਹੇ ਨੇ। ਸੋ ਇਹ ਜਦੋਂ ਕੋਈ ਮਸਲਾ ਸਾਹਮਣੇ ਆਉਂਦਾ ਉਸ ਤੋਂ ਬਾਅਦ ਹੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਗਦੀ ਹੈ, ਜਦੋਂ ਕਿ ਇਹਦਾ ਆਪਣੇ ਆਪ ਫਰਜ਼ ਬਣਦਾ ਹੈ ਕਿ ਇਹ ਐਡੀ ਵੱਡੀ ਘਟਨਾ ਸੀ ਜਿਹੜੀ ਇੰਨੇ ਸਾਲ ਨਜ਼ਰ ਦੇ ਵਿੱਚ ਨਾ ਆਉਣਾ, ਉਹ ਵੀ ਗੜਗਾਉਂ ਦੇ ਬਿਲਕੁਲ ਲਾਗੇ ਕਿ ਇੰਡੀਆ ਦੇ ਅੰਦਰ ਹਰਿਆਣਾ ਸਟੇਟ ਜਿਹੜੀ ਹੈ ਸਾਡੀ, ਉਸ ਦੇ ਵਿੱਚ ਐਡਾ ਵੱਡਾ ਕਤਲੇਆਮ ਹੋਣਾ ਤੇ ਉਸ ਦਾ ਬਕਾਇਦਾ ਸਬੂਤ ਮੌਜੂਦ ਹੋਣੇ, ਪੂਰੇ ਦਾ ਪੂਰਾ ਪਿੰਡ ਜਲਿਆ ਹੋਣਾ। ਤੇ ਹੁਣ ਜਿਹੜੀ ਸਭ ਤੋਂ ਮੇਨ ਗੱਲ ਇਹ ਕਿ ਇੱਥੇ ਸ਼ਹੀਦੀ ਯਾਦਗਾਰ ਬਣਨੀ ਚਾਹੀਦੀ, ਜਿੰਦਾ ਬਕਾਇਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਬਕਾਇਦਾ ਐਲਾਨ ਕਰਕੇ ਆਏ ਸੀ। ਜੀ ਜੀ, ਬਿਲਕੁਲ ਭਾਈ ਸਾਹਿਬ, ਜਿਸ ਤਰ੍ਹਾਂ ਇਹ ਘਟਨਾ ਜਦ ਵਾਪਰੀ ਸੀਗੀ, ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਚਾਹੇ ਇਸ ਵੇਲੇ ਕੇਸ ਦੇ ਜ਼ਰੀਏ ਜਿਹੜੀ ਉਹ ਪੈਰਵਾਈ ਕੀਤੀ ਜਾ ਰਹੀ ਹੈ ਕਿ ਸੰਬੰਧਿਤ ਅਧਿਕਾਰੀ ਜਿਹੜੇ ਆ ਉਹਨਾਂ ਦੇ ਉੱਤੇ ਪੈਰਵਾਈ ਕਰਕੇ ਉਹਨਾਂ ਨੂੰ ਸਜ਼ਾ ਜਿਹੜੀ ਹੈ ਦਵਾਈ ਜਾਵੇ, ਕਿਉਂ ਨਹੀਂ ਕਾਰਵਾਈ ਹੋਈ, ਪਰ
ਇਹ ਸਾਹਮਣੇ ਆਉਂਦਾ ਹੈ ਕਿ ਜਦੋਂ ਇਹ ਕਤਲੇਆਮ ਹੋਇਆ ਉਸ ਤੋਂ ਅਗਲੇ ਦਿਨ ਸਵੇਰੇ ਉੱਥੇ ਪੁਲਿਸ ਜਿਹੜੀ ਹੈ ਉਹ ਪਹੁੰਚੀ। ਇਹ ਗੱਲ ਵਾਕਿਆ ਹੀ ਠੀਕ ਹੈ ਕਿ ਪੁਲਿਸ ਉੱਥੇ ਪਹੁੰਚੀ, ਕੋਈ FIR ਦਰਜ ਉਦੋਂ ਵੀ ਹੋਈ, ਪਰ ਇਸ ਕੇਸ ਦੇ ਵਿੱਚ ਸਿਰਫ ਮੁਆਵਜ਼ਾ ਦੇ ਕੇ ਤੇ ਜਿਹੜੇ ਪੀੜਤ ਸੀਗੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪੁਲਿਸ ਉਦੋਂ ਪਹੁੰਚੀ ਹੀ ਨਹੀਂ ਸੀਗੀ ਕਿ ਬਾਅਦ ਦੇ ਵਿੱਚ FIR ਦਰਜ ਹੋਈ। ਇਹ ਵੀ ਚੀਜ਼ ਜਿਹੜੀ ਉਹ ਕਲੀਅਰ ਜ਼ਰੂਰ ਕਰੋ। ਹਾਂ ਦੇਖੋ, ਜਿਹੜੀ ਪੁਲਿਸ ਦਾ ਰੋਲ ਹੈ ਇਹਦੇ ਵਿੱਚ ਹਮੇਸ਼ਾ ਹੀ ਬੜਾ ਨਗਹਿਲੀ ਵਾਲਾ ਰਿਹਾ ਹੈ ਤੇ ਪੁਲਿਸ ਨੇ ਜਦੋਂ ਕਾਰਵਾਈ ਕਰਨੀ ਸੀ ਉਦੋਂ ਵੀ ਨਹੀਂ ਕੀਤੀ ਤੇ ਨਾ ਹੀ ਉਸ ਤੋਂ ਬਾਅਦ ਕੀਤੀ। ਤੇ ਲੇਕਿਨ ਇੱਕ ਗੱਲ ਜਿਹੜੀ ਬਿਲਕੁਲ ਕਲੀਅਰ ਹੈ ਕਿ ਜਿਹੜੇ TP ਗਰਗ ਸਨ ਉਹਨਾਂ ਦੇ ਕੋਲ ਮੈਂ ਵੀ 1-2 ਪੇਸ਼ੀਆਂ ਦੇ ਵਿੱਚ ਗਿਆ ਸੀ ਤਾਂ TP ਗਰਗ ਨੇ ਸਾਨੂੰ ਬਕਾਇਦਾ ਉਹਨਾਂ ਨਾਲ ਜਦੋਂ ਮੈਂ ਮੁਲਾਕਾਤ ਕੀਤੀ ਤਾਂ ਮੈਨੂੰ ਉਹਨਾਂ ਨੇ ਇੱਕੋ ਗੱਲ ਕਹੀ, ਕਹਿੰਦੇ ਕਿ ਮੈਂ ਇਹਦੇ ਵਿੱਚ ਮੁਆਵਜ਼ਾ ਬੜਾ ਵੱਡਾ ਦਿਆਂਗਾ। ਤਾਂ ਉਹਨੇ ਵੀ ਫੋਕਸ ਜਿਹੜਾ ਕਹਿੰਦਾ ਜੀ ਮੈਂ ਜਿੱਥੇ ਜਿੱਥੇ ਵੀ ਮੈਨੂੰ ਕਿਸੇ ਕਮਿਸ਼ਨ ਨੂੰ ਪੁਆਇੰਟ ਕੀਤਾ ਜਾਂਦਾ, ਮੈਂ ਪਹਿਲਾਂ ਵੀ ਡੱਬ ਵਾਲੀ ਅਗਨੀਕਾਂਡ ਦੀ ਜਾਂਚ ਕੀਤੀ ਸੀ, ਉੱਥੇ ਵੀ ਮੈਂ ਪੀੜਤਾਂ ਨੂੰ ਬੜਾ ਮੁਆਵਜ਼ਾ ਦਿੱਤਾ ਸੀ, ਤਾਂ ਮੈਂ ਇੱਥੇ ਵੀ ਸਿਫਾਰਿਸ਼ ਮੁਆਵਜ਼ੇ ਦੀ ਕਰਾਂਗਾ। ਤੇ ਜਿਹੜੇ ਕਮਿਸ਼ਨ ਪੀਰ ਮੁਹੰਮਦ ਸਾਹਿਬ ਇੱਥੇ ਇਹ ਵੀ ਗੱਲ ਪੈਦਾ ਹੁੰਦੀ ਹੈ, ਜਿਸ ਤਰ੍ਹਾਂ ਤੁਸੀਂ ਮੁਆਵਜ਼ੇ ਦੀ ਗੱਲ ਕਰ ਰਹੇ ਜੇ, ਕਿਤੇ ਨਾ ਕਿਤੇ TP ਗਰਗ ਜਿਹੜੇ ਨੇ ਚਾਹੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਸੀਗੇ, ਕਿਤੇ ਨਾ ਕਿਤੇ ਸਰਕਾਰ ਦੇ ਨਾਲ ਪਹਿਲਾਂ ਹੀ ਰਾਏ ਬਣਾ ਕੇ ਆਏ ਸੀਗੇ ਇਸ ਮਾਮਲੇ ਦੇ ਵਿੱਚ ਮੁਆਵਜ਼ਾ ਹੀ ਦਿੱਤਾ ਜਾਊਗਾ, ਇਨਸਾਫ ਜਿਹੜਾ ਹੈ ਉਹ ਨਹੀਂ ਦਿੱਤਾ ਜਾਊਗਾ। ਤਾਂ ਹੀ ਇਹ ਮਾਮਲਾ ਚਾਹੇ 2011 ਦੇ ਵਿੱਚ ਇੱਕ ਵਾਰ ਫਿਰ ਵੱਡੇ ਪੱਧਰ ਦੇ ਉੱਤੇ ਸਾਹਮਣੇ ਜਿੱਥੇ ਆਇਆ ਆ, 6 ਸਾਲ ਬੀਤ ਜਾਣ ਦੇ ਬਾਅਦ ਵੀ ਅੱਜ ਤੱਕ ਜਿਹੜਾ ਹੈ ਇਨਸਾਫ ਨਹੀਂ ਮਿਲ ਸਕਿਆ, ਮੁਆਵਜ਼ਾ ਜਿਹੜਾ ਹੈ ਉਹ ਜ਼ਰੂਰ ਮਿਲ ਗਿਆ ਭਾਵੇਂ। ਹਾਂ ਦੇਖੋ, ਜਦੋਂ ਮੈਂ ਤੁਹਾਨੂੰ ਦੱਸਿਆ ਕਿ TP ਗਰਗ ਨੂੰ ਅਸੀਂ ਮਿਲੇ, ਜਦੋਂ ਉਹਨਾਂ ਦੀ ਭਾਵਨਾ ਨੂੰ ਅਸੀਂ ਸਮਝ ਗਏ ਕਿ ਉਹ ਮੈਂਟਲੀ ਤੌਰ ਦੇ ਉੱਤੇ ਇੰਨੇ ਕੁ ਪ੍ਰੀਪੇਅਰਡ ਨੇ ਕਿ ਉਹ ਮੁਆਵਜ਼ਾ ਹੀ ਦੇਣਾ ਚਾਹੁੰਦੇ, ਉਹਨਾਂ ਨੇ ਬਕਾਇਦਾ ਸਾਨੂੰ ਪਹਿਲੀ ਦੂਜੀ ਪੇਸ਼ੀ ਦੇ ਦਰਮਿਆਨ ਹੀ ਇਹ ਗੱਲ ਦੱਸ ਦਿੱਤੀ, ਤਾਂ ਫਿਰ ਮੈਂ ਨਹੀਂ ਉਸ ਤੋਂ ਬਾਅਦ ਉੱਥੇ ਗਿਆ। ਤੇ ਮੈਨੂੰ ਉਦੋਂ ਹੀ ਮਹਿਸੂਸ ਹੋ ਗਿਆ ਸੀ, ਮੈਂ ਮੀਡੀਆ ਦੇ ਵਿੱਚ ਵੀ ਇਹ ਗੱਲ ਕਹਿ ਦਿੱਤੀ ਸੀ ਕਿ ਇਹਦੇ ਵਿੱਚ ਮੁਆਵਜ਼ੇ ਦੀ ਗੱਲ ਤਾਂ ਜ਼ਰੂਰ ਕਰਨਗੇ, ਲੇਕਿਨ ਜਿੱਥੋਂ ਤੱਕ ਸਾਨੂੰ ਇਨਸਾਫ ਦੀ ਗੱਲ ਹੈ ਕਿ ਕਾਤਲਾਂ ਨੂੰ ਸਜ਼ਾਵਾਂ ਮਿਲਣ ਤੇ ਦੁਨੀਆ ਦੇ ਸਾਹਮਣੇ ਇਹ ਗੱਲ ਪ੍ਰੂਵ ਹੋਵੇ ਕਿ ਇਹ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਹੈ, ਉਹ ਜਿਹੜੀ ਗੱਲ ਹੈ ਉਹ ਕਮਿਸ਼ਨ ਨੇ ਬੜੀ ਗੋਲਮੋਲ ਢੰਗ ਦੇ ਨਾਲ ਉਹਨੂੰ ਠੰਡੇ ਬਕਸੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਰਕੇ ਅੱਜ ਜਿਹੜੇ ਆ ਪੁਲਿਸ ਵਾਲਿਆਂ ਦੀ ਇੱਕ ਲੰਮੀ ਚੌੜੀ ਲਿਸਟ ਹੈ ਜਿਹੜੀ ਹਾਈ ਕੋਰਟ ਦੇ ਵਿੱਚ ਵੀ ਹੁਣ ਕੇਸ ਆ ਚੁੱਕਾ ਹੈ ਤੇ ਬਕਾਇਦਾ ਉਹਦੀ ਅੱਗੇ 26 ਤਰੀਕ ਵੀ ਹੈ। ਤਾਂ ਉਸ ਦੇ ਵਿੱਚ ਹਾਈ ਕੋਰਟ ਨੇ ਹੁਣ ਸਾਰੀ ਰਿਪੋਰਟ ਮੰਗੀ ਹੈ ਕਿ ਤੁਸੀਂ ਦੱਸੋ ਕਿ ਇਹਦਾ ਸਟੇਟਸ ਕੀ ਹੈ। ਸੋ ਉਹਨਾਂ ਹਾਲਾਤਾਂ ਦੇ ਵਿੱਚ ਅੱਜ ਜਿਵੇਂ ਸਿੱਖ ਚੈਨਲ ਤੋਂ ਤੁਸੀਂ ਇਹਨੂੰ ਬੜਾ ਗੰਭੀਰਤਾ ਨਾਲ ਲੈ ਰਹੇ ਹੋ ਤੇ ਤੁਸੀਂ ਉਹਨਾਂ ਧਿਰਾਂ ਸਾਰੀਆਂ ਨਾਲ ਜਿਹੜੇ ਇਸ ਵਿੱਚ ਇਨਸਾਫ ਵਾਸਤੇ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਨਾਲ ਲੈ ਕੇ ਸਾਰੀ ਗੱਲਬਾਤ ਕੀਤੀ ਹੈ, ਤਾਂ ਮੈਂ ਸਮਝਦਾ ਕਿ ਜ਼ਰੂਰ ਇਹਨੂੰ ਫੋਕਸ ਰੱਖਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੋਸ਼ੀ ਨੇ, ਜਿਨ੍ਹਾਂ ਨੇ ਪੁਸਤ ਬਣਾਈ ਕੀਤੀ ਹੈ ਜਾਂ ਜਿਹੜੀਆਂ ਸਰਕਾਰਾਂ ਨੇ, ਉਹਨਾਂ ਨੂੰ ਜ਼ਰੂਰ ਇਹਦਾ ਜਵਾਬ ਦੇਣਾ ਪਵੇ। ਹੁਣ ਬੀਤੇ ਦਿਨੀ ਜਦੋਂ 13 ਸਤੰਬਰ ਦੀ ਫੈਡਰੇਸ਼ਨ ਦੀ ਵਰ੍ਹੇਗੰਢ ਸੀ ਤਾਂ ਕੁਝ ਪਰਿਵਾਰ ਜਿਹੜੇ ਆ ਖੰਡੂਰ ਸਾਹਿਬ ਸਾਡੇ ਕੋਲ ਉਹਨਾਂ ਪਹੁੰਚ ਕੀਤੀ, ਉਹ ਕਹਿੰਦੇ ਜੀ ਸਾਡੇ ਨਾਲ ਪਾਣੀਪਤ ਇਹੋ ਜਿਹਾ ਵਾਪਰਿਆ, ਉਹ FIR ਬਕਾਇਦਾ ਲੈ ਕੇ ਆਏ ਸੀ ਕਿ ਸਾਡੇ ਕੋਲ FIR ਨੇ, ਲੇਕਿਨ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਜੀ 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 ਭਾਈ ਸਾਹਿਬ, ਜਿਸ ਤਰ੍ਹਾਂ ਤੁਸੀਂ ਇਹ ਮਾਮਲਾ ਜਿਹੜਾ ਹੈ ਇਸ ਦੇ ਸੰਬੰਧ ਦੇ ਵਿੱਚ ਦੱਸ ਰਹੇ ਜੇ, ਜਿਸ ਤਰ੍ਹਾਂ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਤੇ ਹੋਰ ਕਈ ਲੋਕ ਜਿਨ੍ਹਾਂ ਦੇ ਨਾਮ ਸਾਹਮਣੇ ਆਏ ਸੀਗੇ ਦਿੱਲੀ ਕਤਲੇਆਮ ਦੇ ਵਿੱਚ, ਇੱਥੇ ਜਿਹੜੇ ਸਰਕਾਰੀ ਗੁੰਡੇ ਭੇਜੇ ਗਏ ਸੀ ਸਿੱਖਾਂ ਦਾ ਕਤਲੇਆਮ ਕਰਨ ਵਾਸਤੇ, ਕੀ ਉਹਨਾਂ ਦੇ ਸੰਬੰਧ ਦੇ ਵਿੱਚ ਇੱਥੇ ਵੀ ਕੋਈ ਇੱਕਾ ਦੁੱਕਾ ਨਾਵਾਂ ਦਾ ਪਤਾ ਲੱਗ ਸਕਿਆ ਕਿ ਉਹ ਕੌਣ ਲੋਕ ਸੀ, ਕਿੱਥੋਂ ਆਏ ਸੀਗੇ ਤੇ ਹੁਣ ਕਿੱਥੇ ਨੇ? ਇਸ ਤਰ੍ਹਾਂ ਦਾ ਕੁਝ ਪਤਾ ਲੱਗ ਸਕਿਆ ਜਾਂ ਬਿਲਕੁਲ ਇਹ ਚੀਜ਼ ਜਿਹੜੀ ਇਸ ਦੇ ਉੱਤੇ ਵੀ ਸਰਕਾਰ ਨੇ ਹੁਣ ਤੱਕ ਪਰਦਾ ਹੀ ਪਾ ਕੇ ਰੱਖਿਆ ਹੋਇਆ ਆ? ਗਿੱਲ ਸਾਹਿਬ, ਇਹਦੇ ਵਿੱਚ ਇਹ ਦੇਖੋ ਕਿ ਉਸ ਵੇਲੇ ਭਜਨ ਲਾਲ ਦੀ ਸਰਕਾਰ ਸੀ, ਭਜਨ ਲਾਲ ਸੀ ਹਰਿਆਣੇ ਦਾ ਮੁੱਖ ਮੰਤਰੀ, ਤਾਂ ਉਹਨੇ ਮਧੂਬਨ ਪੁਲਿਸ ਟ੍ਰੇਨਿੰਗ ਕੇਂਦਰ ਹੈ ਮਧੂਬਨ, ਜਦੋਂ ਆਪਾਂ ਦਿੱਲੀ ਨੂੰ ਜਾਈਏ ਤਾਂ ਪਾਣੀਪਤ ਕੁਰੂਕਸ਼ੇਤਰ ਇਸ ਏਰੀਏ ਦੇ ਲਾਗੇ ਮਧੂਬਨ ਰੋਡ ਦੇ ਉੱਤੇ ਹੀ ਸ਼ੇਰਸ਼ਾਹ ਸੂਰੀ ਮੇਨ ਮਾਰਗ ਤੇ, ਤਾਂ ਉੱਥੋਂ ਉਹਨਾਂ ਨੇ ਜਿਹੜੇ ਪੁਲਿਸ ਦੀ ਟ੍ਰੇਨਿੰਗ ਲੈ ਰਹੇ ਸੀ ਰੰਗਰੂਟ, ਉਹਨਾਂ ਨੂੰ ਬਕਾਇਦਾ ਇਹ ਗੁੰਡਾਗਰਦੀ ਕਰਨ ਵਾਸਤੇ ਉੱਥੋਂ ਕੱਢ ਕੇ ਤੇ ਵਰਤੋਂ ਕੀਤੀ। ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਸਨ ਜਿਨ੍ਹਾਂ ਦੀ ਬਕਾਇਦਾ ਨਿਸ਼ਾਨਦੇਹੀ ਵੀ ਹੋਈ ਹੈ। ਔਰ ਉਸ ਵੇਲੇ ਦੀ ਸਰਕਾਰ ਜਿਹੜੀ ਸੀ, ਕਾਂਗਰਸ ਸਰਕਾਰ ਸੀ, ਜਦੋਂ ਉਹਨਾਂ ਦੇ ਮੰਤਰੀ, ਉਹਨਾਂ ਦੇ MP, ਉਹਨਾਂ ਦੇ ਸਥਾਨਕ ਲੀਡਰ, ਉਹਨਾਂ ਦੇ ਵੱਡੇ ਲੀਡਰ ਜਦੋਂ ਸਾਰੇ ਉਹ ਇਸ ਗੱਲ ਦੀ ਅਗਵਾਈ ਕਰ ਰਹੇ ਸੀ, ਤਾਂ ਫਿਰ ਤਾਂ ਕੋਈ ਦੋ ਰਾਇਆਂ ਰਹਿ ਨਹੀਂ ਸਕਦੀਆਂ ਕਿ ਕੌਣ ਹੈਗੇ ਨੇ ਉਹ ਲੋਕ। ਸਾਰੇ ਸੀ ਕਿਸੇ ਨਾ ਕਿਸੇ ਰੂਪ ਵਿੱਚ ਉਸ ਵੇਲੇ ਦੀ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ। ਪੀਰ ਮੁਹੰਮਦ ਸਾਹਿਬ, ਜਿਸ ਤਰ੍ਹਾਂ ਕੱਲ ਜਿਹੜੀ ਇੱਕ
ਤਰੀਕ ਆ ਉਹ ਇਹਨਾਂ ਪੁਲਿਸ ਵਾਲੇ ਜਿਹੜੇ ਆ ਇਹਨਾਂ ਨੂੰ ਸਜ਼ਾ ਦਿਵਾਉਣ ਦੇ ਵਾਸਤੇ ਹੈਗੀ ਆ, ਜਿਹੜੇ ਮੌਕੇ ਦੇ ਅਧਿਕਾਰੀ ਸਨ। ਤੇ ਹੁਣ ਕੇਸ ਦੀ ਗੱਲ ਕੀਤੀ ਜਾਵੇ ਤਾਂ ਕੇਸ ਜਿਹੜਾ ਆ ਕਿੱਥੇ ਖੜਾ ਆ, ਕੀ ਕੁਝ ਉਸ ਦੇ ਵਿੱਚ ਕਹਿ ਲਿਆ ਜਾਵੇ ਅਦਾਲਤ ਦੇ ਵੱਲੋਂ ਕੁਝ ਆਬਜੈਕਸ਼ਨ ਵੀ ਲਗਾਏ ਗਏ ਆ, ਜਿੱਥੇ ਕੋਈ ਗੱਲ ਜਿਹੜੀ ਆ ਉਹ ਸਬੂਤਾਂ ਦੇ ਆਧਾਰ ਦੇ ਉੱਤੇ ਸਹੀ ਨਹੀਂ ਬੈਠਦੀ, ਜਾਂ ਕੀ ਕਮੀ ਆ ਜਿਹੜਾ ਅਜੇ ਤੱਕ ਇਨਸਾਫ ਜਿਹੜਾ ਆ ਉਹ ਨਹੀਂ ਮਿਲ ਸਕਿਆ? ਦੇਖੋ, ਇਹ ਜਿਹੜੀ ਇੱਕ ਬੜੀ ਵੱਡੀ ਭਿਆਨਕ ਘਟਨਾ ਹੈ ਤੇ ਇਹਦਾ ਜਦੋਂ ਹੁਣ ਲੇਖਾ ਜੋਖਾ ਹੋ ਰਿਹਾ, ਇਹਦੀ ਜਦੋਂ ਹੁਣ ਸੁਣਵਾਈ ਹੋ ਰਹੀ ਹੈ ਤਾਂ ਮੈਂ ਮਹਿਸੂਸ ਕਰਦਾ ਕਿ ਜ਼ਰੂਰ ਕਿਸੇ ਨਾ ਕਿਸੇ ਬੰਨੇ ਇਹ ਗੱਲ ਲੱਗੇਗੀ। ਲੇਕਿਨ ਜਿਹੜੀ ਫਾਸਟ ਟਰੈਕ ਜਿਵੇਂ ਦਿੱਲੀ ਦੇ ਵਿੱਚ SIT ਬਣੀ ਹੈ, ਇਸੇ ਤਰ੍ਹਾਂ ਹਰਿਆਣੇ ਦਾ ਜਿਹੜਾ ਮਸਲਾ ਹੈ, ਪਾਣੀਪਤ ਦਾ, ਗੜਗਾਉਂ ਦਾ, ਫਿਰ ਰੋਵਾੜੀ ਦਾ, ਇਹ ਸਾਰੇ ਮਸਲੇ ਨੂੰ ਪੂਰੇ ਤੌਰ ਦੇ ਉੱਪਰ ਵਿਚਾਰਨ ਦੀ ਲੋੜ ਹੈ ਔਰ ਡੇ ਟੂ ਡੇ ਇਹਦੀ ਮਨੀਟਰਿੰਗ ਹੋਵੇ। ਹਾਈ ਕੋਰਟ ਦੇ ਵਿੱਚ ਵੀ ਜਦੋਂ ਹੁਣ ਇਹ ਕੇਸ ਆਇਆ ਤਾਂ ਜ਼ਰੂਰ ਇਹਦੀ ਅੱਗੇ ਕੋਈ ਨਾ ਕੋਈ ਗੱਲ ਚੱਲੇਗੀ। ਜਿਵੇਂ ਹੁਣ ਜੁਡੀਸ਼ਲੀ ਵੱਲੋਂ ਕਾਫੀ ਇਨਸਾਫ ਵਾਸਤੇ ਇੱਕ ਹੋਪ ਦਿਸ ਰਹੀ ਹੈ, ਤਾਂ ਥੋੜ੍ਹਾ ਜਿਹਾ ਹਰ ਇੱਕ ਨੂੰ, ਪੀੜਤ ਪਰਿਵਾਰਾਂ ਨੂੰ ਵੀ, ਸਾਨੂੰ ਵੀ ਸਾਰਿਆਂ ਨੂੰ ਇੰਝ ਲੱਗ ਰਿਹਾ ਕਿ ਸ਼ਾਇਦ ਇਹ ਜੋ ਇਹਨਾਂ ਦੇ ਇੱਕ ਧੱਬਾ ਲੱਗਾ ਹੋਇਆ ਉਹਦਾ ਜ਼ਰੂਰ ਕੋਈ ਨਾ ਕੋਈ ਇਨਸਾਫ ਕਰਨਗੇ। ਤਾਂ ਇਹ ਇੱਕ ਦੇਖਣ ਵਾਲੀ ਗੱਲ ਹੈ। ਬਿਲਕੁਲ ਪੀਰ ਮੁਹੰਮਦ ਸਾਹਿਬ, ਤੁਹਾਡੇ ਵੱਲੋਂ ਇਸ ਸੰਬੰਧ ਦੇ ਵਿੱਚ ਕਿਸ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਆ, ਕਿਉਂਕਿ ਤੁਹਾਡਾ ਨਾਮ ਜਿਹੜਾ ਆ ਇਸ ਚੀਜ਼ ਦੇ ਨਾਲ ਆਉਂਦਾ ਆ ਕਿ ਤੁਸੀਂ ਇਸ ਚੀਜ਼ ਨੂੰ ਸਾਹਮਣੇ ਲੈ ਕੇ ਆਏ, ਲੋਕਾਂ ਦੇ ਸਾਹਮਣੇ ਲੈ ਕੇ ਆਏ, ਰਾਜਨੀਤਿਕ ਲੀਡਰ ਜਿਹੜੇ ਉਹਨਾਂ ਦੇ ਸਾਹਮਣੇ ਲੈ ਕੇ ਆਏ। ਤੁਹਾਡੇ ਕਰਕੇ ਇਹ ਚੀਜ਼ ਜਿਹੜੀ ਆ ਅੱਜ ਜੇਕਰ ਕਿਸੇ ਮੁਕਾਮ ਤੱਕ ਪਹੁੰਚਦੀ ਆ ਤਾਂ ਤੁਹਾਡਾ ਵੱਡਾ ਰੋਲ ਇਸ ਦੇ ਵਿੱਚ ਹੈਗਾ ਆ। ਤੁਸੀਂ ਹੁਣ ਕੀ ਕੰਮ ਕਰ ਰਹੇ ਜੇ ਇਸ ਸੰਬੰਧ ਦੇ ਵਿੱਚ? ਗਿੱਲ ਸਾਹਿਬ, ਸਾਡਾ ਫਰਜ਼ ਹੈ ਇੱਕ ਸਿੱਖ ਹੋਣ ਦੇ ਨਾਤੇ, ਇੱਕ ਮਨੁੱਖਤਾ ਨੂੰ ਪਿਆਰ ਕਰਨ ਦੇ ਨਾਤੇ, ਕਿ ਸਾਡੀ ਕੌਮ ਦੇ ਨਾਲ ਐਡਾ ਵੱਡਾ ਇੱਕ ਜ਼ੁਲਮ ਹੋਇਆ, ਤਸ਼ੱਦਦ ਹੋਇਆ, ਇੱਕ ਨਸਲਕੁਸ਼ੀ ਹੋਈ ਹੈ। ਸੋ ਅਸੀਂ ਨਿਰੰਤਰ ਇਹਦੇ ਉੱਤੇ ਜਿਹੜੇ ਅੰਕੜੇ, ਜੋ ਵੀ ਜਾਣਕਾਰੀ ਹੈ ਉਹ ਸਾਰੀ ਪਹਿਲਾਂ ਦੇ ਚੁੱਕੇ ਹਾਂ ਤੇ ਹੁਣ ਵੀ ਇਹਦੇ ਉੱਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਸੰਯੁਕਤ ਰਾਸ਼ਟਰ ਦੇ ਵਿੱਚ ਜਿਹੜਾ ਨਸਲਕੁਸ਼ੀ ਦਾ ਕੇਸ ਪਾਇਆ ਤਾਂ ਉਹਦੇ ਵਿੱਚ ਇੱਕ ਅਲੱਗ ਤੌਰ ਤੇ ਹੌਂਦ ਕਿਲਰ ਦੀ ਡਿਟੇਲ ਜਿਹੜੀ ਹੈ ਉਹ ਬਕਾਇਦਾ ਸਬਮਿਟ ਕਰ ਚੁੱਕੇ ਹਾਂ 2013 ਨਵੰਬਰ ਦੇ ਪਹਿਲੇ ਹਫ਼ਤੇ। ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਇੰਟਰਨੈਸ਼ਨਲ ਦਬਾਅ ਹੈ, ਇੰਟਰਨੈਸ਼ਨਲ ਪੱਧਰ ਤੇ ਉਧਰੋਂ ਇੰਡੀਆ ਦੇ ਅੰਦਰ ਜਿਹੜੇ ਸਾਂਝੇ ਯਤਨ ਕੀਤੇ ਜਾ ਰਹੇ ਆ, ਤੇ ਹੁਣ ਜਿਹੜੀਆਂ ਸਿੱਖ ਸੰਸਥਾਵਾਂ ਅੱਗੇ ਆਈਆਂ ਨੇ, ਜਾਂ ਜਿਹੜੀ ਹੌਂਦ ਕਿਲਰ ਕਮੇਟੀ ਵੱਲੋਂ ਜਿਹੜੇ ਇਹ ਆਪਣੇ ਵੀਰ ਕੰਮ ਕਰ ਰਹੇ ਨੇ, ਸੋ ਸਾਰਿਆਂ ਨਾਲ ਅਸੀਂ ਬਕਾਇਦਾ ਤਾਲਮੇਲ ਕਰਕੇ ਤੇ ਆਪਣੇ ਵੱਲੋਂ ਸਾਰੇ ਯਤਨ ਕਰ ਰਹੇ ਹਾਂ ਜੀ। ਸੋ ਬਿਲਕੁਲ ਪੀਰ ਮੁਹੰਮਦ ਸਾਹਿਬ, ਤੁਸੀਂ ਆਪਣੇ ਯਤਨ ਜਿਹੜੇ ਆ ਜਾਰੀ ਰੱਖੋ। ਸੋ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਥੇ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ, ਜਿਨ੍ਹਾਂ ਨੇ ਹੋਂਦ ਚਿੱਲੜ ਮਾਮਲੇ ਦੇ ਸਬੰਧ ਦੇ ਵਿੱਚ ਜਿਹੜੀ ਆ ਉਹ ਜਾਣਕਾਰੀ ਦਿੱਤੀ। ਉੱਥੇ ਇਹ ਮਾਮਲਾ ਜਿਹੜਾ ਆ ਲੋਕਾਂ ਦੇ ਸਾਹਮਣੇ ਵੀ ਇਹਨਾਂ ਦੇ ਵੱਲੋਂ ਹੀ ਲਿਆਂਦਾ ਗਿਆ, ਕਿਉਂਕਿ ਲੰਮਾ ਸਮਾਂ ਇਹ ਜਿਹੜਾ ਕੇਸ ਸੀਗਾ ਉਹ ਦੱਬਿਆ ਰਿਹਾ। ਸਿੱਖਾਂ ਦਾ ਸ਼ਰੇਆਮ ਕਤਲ ਕੀਤਾ ਗਿਆ ਸਰਕਾਰੀ ਤੌਰ ਦੇ ਉੱਤੇ। ਸਰਕਾਰੀ ਤੰਤਰ ਨੇ ਉਦੋਂ ਜੋ ਕੁਝ ਦਿੱਲੀ 'ਚ ਕਰਵਾਇਆ, ਉਸੇ ਤਰ੍ਹਾਂ ਦੀ ਹੀ ਘਟਨਾ ਜਿਹੜੀ ਆ ਉਹ ਹਿੰਦੁਸਤਾਨ ਦੇ, ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਜਿਹੜਾ ਆ ਉਹ ਦਿੱਤਾ ਗਿਆ। ਸੋ ਹੋਂਦ ਚਿੱਲੜ ਇੱਕ ਦਰਦਨਾਕ ਘਟਨਾ ਜਿਹੜੀ ਆ ਉਹ ਸਾਹਮਣੇ ਆਈ ਹੈ, ਜਿੱਥੇ ਕਿਹਾ ਜਾਂਦਾ ਸੀਗਾ ਕਿ ਦਿੱਲੀ ਦੇ ਵਿੱਚ ਜਿਹੜੇ ਦੰਗੇ ਹੋਏ ਆ। ਸੋ ਇਹ ਸ਼ਰੇਆਮ ਇਹ ਇਸ ਚੀਜ਼ ਤੋਂ ਸਾਹਮਣੇ ਆਉਂਦਾ ਹੈ ਕਿ ਸਿੱਖਾਂ ਦਾ ਕਤਲੇਆਮ ਜਿਹੜਾ ਆ ਉਹ ਕੀਤਾ ਗਿਆ। ਕੁਝ ਲੋਕ ਜਿਹੜੇ ਉੱਥੇ ਉਸ ਘਟਨਾ ਦੇ ਵਾਪਰਨ ਤੋਂ ਬਾਅਦ ਦੇ ਵਿੱਚ ਵੀ ਉੱਥੇ ਪਹੁੰਚੇ, ਉਹਨਾਂ ਨੇ ਇਹ ਦੇਖਿਆ ਕਿ ਉੱਥੇ ਕਿਸ ਤਰ੍ਹਾਂ ਦੇ ਨਾਲ ਡੰਡੇ ਜਿਹੜੇ ਆ ਉਹ ਉੱਥੇ ਖਿਲਰੇ ਪਏ ਸੀਗੇ, ਪੱਥਰ ਜਿਹੜੇ ਸੀਗੇ ਉਹ ਉੱਥੇ ਪਏ ਹੋਏ ਸੀਗੇ। ਸੋ ਇਸ ਚੀਜ਼ ਨੂੰ ਜਿਹੜਾ ਆ ਉਹ ਦੇਖ ਕੇ ਉਦੋਂ ਵੀ ਉਹ ਲੋਕ ਦੰਗ ਰਹਿ ਗਏ। ਇੱਕ ਲਾਗੇ ਖੂਹ ਸੀਗਾ ਜਿਸ ਦੇ ਵਿੱਚ ਉਹਨਾਂ ਲਾਸ਼ਾਂ ਨੂੰ ਜਿਹੜਾ ਆ ਉਹ ਸੁੱਟਿਆ ਗਿਆ ਤੇ ਬਹੁਤ ਕੁਝ ਇਸ ਤਰ੍ਹਾਂ ਦਾ ਕੀਤਾ ਗਿਆ ਜਿਹੜਾ ਕਿ ਅੱਤ ਕਢਾਉਣਾ ਜਿਹੜਾ ਆ ਉਹ ਕਿਹਾ ਜਾ ਸਕਦਾ ਆ, ਜਿਸ ਤਰ੍ਹਾਂ ਦੇ ਨਾਲ ਸਿੱਖਾਂ ਦਾ ਜਿਹੜਾ ਆ ਉਹ ਕਤਲੇਆਮ ਇਸ ਮਾਮਲੇ ਦੇ ਵਿੱਚ ਕੀਤਾ ਗਿਆ। ਸੋ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਦੇ ਉੱਤੇ ਜਿਹੜੇ ਉਹ ਕਰਨੈਲ ਸਿੰਘ ਪੀਰ ਮੁਹੰਮਦ ਗੱਲ ਕਰ ਰਹੇ ਸਨ। ਉਹਨਾਂ ਨੇ ਸਾਰੀ ਜਿਹੜੀ ਆ ਉਹ ਜਾਣਕਾਰੀ ਜਿਹੜੀ ਆ ਉਹ ਦਿੱਤੀ ਆ ਤੇ
ਜਿਹੜੇ ਵਿਟਨੈਸ ਨੇ ਉਸ ਸਮੇਂ ਦੇ ਉਹਨਾਂ ਦੀ ਵੀ ਗੱਲ ਜਿਹੜੀ ਆ ਉਹ ਸੁਣਦੇ ਇਸ ਪ੍ਰੋਗਰਾਮ ਦੇ ਵਿੱਚ ਕਿ ਉਹਨਾਂ ਨੇ ਕੀ ਕਿਹਾ, ਕੀ ਕੁਝ ਵਾਪਰਿਆ। ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਜਦੋਂ ਉੱਥੇ ਕਤਲੇਆਮ ਹੋਇਆ ਉਹਨਾਂ ਪਰਿਵਾਰਾਂ ਦੇ ਵਿੱਚੋਂ ਇੱਕ ਲੜਕੀ ਸੀਗੀ ਜਿਹੜੀ ਕਿ ਉਸ ਸਮੇਂ ਆਪਣੇ ਨਾਨਕੇ ਗਈ ਹੋਈ ਸੀਗੀ। ਉਸ ਤੋਂ ਬਾਅਦ ਦੇ ਵਿੱਚ ਜਦੋਂ ਉੱਥੇ ਪਹੁੰਚੀ ਤਾਂ ਉਸਨੇ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਜਿਹੜੇ ਪਰਿਵਾਰ ਸੀਗੇ, ਚਾਚੇ ਤਾਏ ਉੱਥੇ ਰਹਿੰਦੇ ਸੀਗੇ, ਆਂਢੀ ਗੁਆਂਢੀ ਰਿਸ਼ਤੇਦਾਰ ਜੋ ਵੀ, ਉਹਨਾਂ ਦਾ ਸਾਰਾ ਜਿਹੜਾ ਆ ਕਤਲੇਆਮ ਕੀਤਾ ਗਿਆ। ਸੋ ਹੁਣ ਚਿੱਲੜ ਜਿਹੜਾ ਕੇਸ ਆ ਇਹ ਚੱਲ ਰਿਹਾ ਵਾ ਅਜੇ, ਪਰ ਇਸ ਦੇ ਉੱਤੇ ਜਿਹੜਾ ਵਾ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਜਿਹੜੀ ਆ ਉਹ ਸਜ਼ਾ ਨਹੀਂ ਹੋਈ। ਸੋ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਸਜ਼ਾ ਹੋਵੇ, ਕਿਉਂਕਿ ਕੱਲ ਨੂੰ ਹੀ ਇਸ ਮਾਮਲੇ ਦੀ ਤਰੀਕ ਹੈ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਕਿਸ ਤਰ੍ਹਾਂ ਦੀ ਕਾਰਵਾਈ ਰਹੀ, ਉਸ ਦੇ ਉੱਤੇ ਅਦਾਲਤ ਦੀ ਕਾਰਵਾਈ ਤੋਂ ਬਾਅਦ ਕਿਸ ਤਰ੍ਹਾਂ ਦੇ ਫੈਸਲੇ ਆਉਂਦੇ ਇਸ ਦੇ ਉੱਤੇ ਨਿਗਾਹ ਬਣੀ ਰਹੂਗੀ। ਸੋ ਅੱਜ ਦੇ ਇਸ ਪ੍ਰੋਗਰਾਮ ਬਿਹਾਈਂਡ ਦੀ ਹੈਡਲਾਈਨਸ ਦੇ ਵਿੱਚ ਇੰਨਾ ਹੀ। ਤੇ ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।